ਹੈਲੋ ਡੀਅਰ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਆ ਡਿਫੈਕਟਸ ਇਨ ਦਾ ਰੈਗੂਲੇਟਿੰਗ ਐਕਟ 1773। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਰੈਗੂਲੇਟਿੰਗ ਐਕਟ ਆਫ 1773 ਕਵਰ ਕਰਿਆ ਸੀ, ਜਿਹਦੇ ਵਿੱਚ ਆਪਾਂ ਨੇ ਬੈਕਗਰਾਊਂਡ ਪੜ੍ਹਿਆ ਸੀ ਕਿ ਕਿਹੜੇ ਰੀਜ਼ਨਸ ਕਰਕੇ ਉਹ ਐਕਟ ਪਾਸ ਕਰਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਐਕਟ ਦੇ ਵਿੱਚ ਕੀ ਪ੍ਰੋਵੀਜ਼ਨ ਸੀ ਉਹਨਾਂ ਦੇ ਬਾਰੇ ਰੀਡ ਕਰਿਆ ਸੀ, ਠੀਕ ਹੈ। ਪਰ ਹੁਣ ਇਸ ਐਕਟ ਦੇ ਵਿੱਚ ਵੀ ਕੋਈ ਨਾ ਕੋਈ ਡਿਫੈਕਟ ਸੀ, ਤਾਂ ਹੀ ਆਪਾਂ ਨੂੰ ਜਿਹੜੇ ਨੈਕਸਟ ਐਕਟ ਸੀ ਉਹ ਬਹੁਤ ਜਲਦੀ ਕਰਨੇ ਪੈ ਗਏ ਸੀ। ਅਸਲ ਦੇ ਵਿੱਚ ਜਿਹੜੇ ਇਹ ਰੈਗੂਲੇਟਿੰਗ ਐਕਟ ਪਾਸ ਹੋਣੇ ਸੀ, ਇਹ 20 ਸਾਲਾਂ ਦੇ ਟਾਈਮ ਪੀਰੀਅਡ ਬਾਅਦ ਰਿਲੀਜ਼ ਹੋਣੇ ਸੀ। ਹੁਣ ਦੇਖਿਆ ਜਾਵੇ 1773 ਦੇ ਵਿੱਚ ਇੱਕ ਐਕਟ ਰਿਲੀਜ਼ ਹੋ ਚੁੱਕਿਆ, ਤਾਂ ਨੈਕਸਟ ਐਕਟ ਕਦੋਂ ਰਿਲੀਜ਼ ਹੋਊਗਾ? 1793 ਦੇ ਵਿੱਚ, ਠੀਕ ਹੈ। 1773 ਤੋਂ ਬਾਅਦ ਦੇ ਵਿੱਚ ਜੇ ਆਪਾਂ 20 ਐਡ ਕਰੀਏ ਤਾਂ 1793 ਦੇ ਵਿੱਚ ਹੋਣਾ ਚਾਹੀਦਾ। ਪਰ ਜਿਹੜਾ ਰੈਗੂਲੇਟਿੰਗ ਐਕਟ ਆਫ 1773 ਸੀ, ਇਹਦੇ ਵਿੱਚ ਕਾਫੀ ਜ਼ਿਆਦਾ ਡਿਫੈਕਟ ਸੀ, ਜਿਹਦੇ ਕਰਕੇ ਆਪਾਂ ਨੂੰ ਇਹਨਾਂ ਡਿਫੈਕਟਸ ਨੂੰ ਓਵਰਕਮ ਕਰਨ ਵਾਸਤੇ 2 ਐਕਟ ਪਹਿਲਾਂ ਪਾਸ ਕਰਨੇ ਪੈ ਗਏ। ਤਾਂ ਉਹਨਾਂ ਪਹਿਲਾਂ ਤਾਂ ਆਪਾਂ ਡਿਫੈਕਟਸ ਬਾਰੇ ਰੀਡ ਕਰਾਂਗੇ, ਉਸ ਤੋਂ ਬਾਅਦ ਦੇ ਵਿੱਚ ਉਹ ਐਕਟਸ ਬਾਰੇ ਰੀਡ ਕਰਾਂਗੇ, ਜਿਨ੍ਹਾਂ ਕਰਕੇ ਆਪਾਂ ਨੇ ਇਹ ਸਾਰਾ ਕੁਝ ਕੀਤਾ, ਠੀਕ ਹੈ। ਫਸਟ ਆਪਣੇ ਕੋਲ ਦ ਐਕਟ ਰੈਂਡਰਡ ਦ ਗਵਰਨਰ ਜਨਰਲ ਵਿਦਆਊਟ ਐਨੀ ਵੀਟੋ ਪਾਵਰ। ਪਿਛਲੇ ਵਾਲੇ ਐਕਟ ਦੇ ਵਿੱਚ ਮਤਲਬ ਕਿ ਰੈਗੂਲੇਟਿੰਗ ਐਕਟ ਆਫ 1773 ਦੇ ਵਿੱਚ ਆਪਾਂ ਨੇ ਆਹ ਗੱਲ ਦੇਖੀ ਸੀ ਕਿ ਜੋ ਗਵਰਨਰ ਸੀ, ਠੀਕ ਹੈ, ਗਵਰਨਰ ਆਫ ਇਹਦਾ ਬੰਗਾਲ ਦਾ ਸੀ, ਤਾਂ ਉਹਨੂੰ ਕੀ ਬਣਾ ਦਿੱਤਾ ਗਿਆ ਸੀ? ਗਵਰਨਰ ਜਨਰਲ ਆਫ ਬੰਗਾਲ। ਉਹਨੂੰ ਕਿੰਨੇ ਮੈਂਬਰ ਦੀ ਐਗਜ਼ੀਕਿਊਟਿਵ ਦਿੱਤੀ ਗਈ ਸੀ? ਐਗਜ਼ੀਕਿਊਟਿਵ ਕਾਊਂਸਲ ਦਿੱਤੀ ਗਈ ਸੀ 4 ਮੈਂਬਰਸ ਦੀ। ਤਾਂ ਹੁਣ ਕੋਈ ਵੀ ਡਿਸੀਜ਼ਨ ਹੋ ਰਿਹਾ, ਕੋਈ ਵੀ ਲਾਅ ਪਾਸ ਹੋ ਰਿਹਾ, ਉਹ ਗਵਰਨਰ ਜਨਰਲ ਆਫ ਬੰਗਾਲ ਤੇ ਉਹਦੇ ਨਾਲ ਜਿਹੜੀ 4 ਮੈਂਬਰਸ ਦੀ ਐਗਜ਼ੀਕਿਊਟਿਵ ਕਾਊਂਸਲ ਬਣੀ ਸੀ, ਇਹਨਾਂ ਦੋਵਾਂ ਦੇ ਮਨਜ਼ੂਰੀ ਦੇ ਨਾਲ ਪਾਸ ਹੁੰਦਾ। ਉਹਦੇ ਵਿੱਚ 4 ਮੈਂਬਰ ਸੀ, ਤਾਂ ਜੇ ਕੋਈ ਵੀ ਐਕਟ ਪਾਸ ਹੋਣਾ ਤਾਂ ਐਵੇਂ ਨਹੀਂ ਕਿ ਗਵਰਨਰ ਜਨਰਲ ਆਪਣੀ ਮਰਜ਼ੀ ਨਾਲ ਪਾਸ ਕਰ ਦੂ, ਠੀਕ ਹੈ। ਉਹਨੂੰ 2 ਮੈਂਬਰਸ ਦੀ ਮਨਜ਼ੂਰੀ ਚਾਹੀਦੀ ਹੁੰਦੀ ਸੀ ਤਾਂ ਕਿ ਉਹ ਐਕਟ ਪਾਸ ਕਰ ਸਕੇ। ਦੇਖਿਆ ਜਾਵੇ ਜ਼ਿਆਦਾ ਪਾਵਰ ਗਵਰਨਰ ਜਨਰਲ ਦੀ ਜਿਹੜੀ ਐਗਜ਼ੀਕਿਊਟਿਵ ਕਾਊਂਸਲ ਆ ਉਹਦੇ ਕੋਲ ਸੀ, ਗਵਰਨਰ ਜਨਰਲ ਕੋਲ ਨਹੀਂ ਸੀ, ਠੀਕ ਹੈ। ਤਾਂ ਕਰਕੇ ਜਦੋਂ ਗਵਰਨਰ ਜਨਰਲ ਦੇ ਹੱਥ ਪਾਵਰ ਹੀ ਨਹੀਂ ਤਾਂ ਉਹ ਕਰ ਵੀ ਕੀ ਸਕਦਾ। ਬਟ ਪ੍ਰੋਬਲਮ ਕੀ ਕ੍ਰੀਏਟ ਹੋਈ? ਐਕਟ ਬਣਾਉਣ ਦੀ ਜ਼ਿਆਦਾ ਰਿਸਪੌਂਸਿਬਿਲਿਟੀ ਕਹਿ ਲਓ ਜਾਂ ਫਿਰ ਜ਼ਿਆਦਾ ਪਾਵਰ ਕਿਹਦੇ ਕੋਲ ਆ? ਐਗਜ਼ੀਕਿਊਟਿਵ ਕਾਊਂਸਲ ਕੋਲ। ਪਰ ਜਿਹੜੀ ਜਵਾਬਦੇਹੀ ਹੁੰਦੀ ਸੀ ਉਹ ਐਕਟ ਨੂੰ ਲੈ ਕੇ ਉਹ ਕਿਹਨੂੰ ਕਰਨੀ ਪੈਂਦੀ ਸੀ? ਗਵਰਨਰ ਜਨਰਲ ਆਫ ਬੰਗਾਲ ਨੂੰ। ਤਾਂ ਆਹ ਗੱਲ ਕਰਕੇ ਦੋਵਾਂ ਦੇ ਵਿੱਚ ਕੌਨਫਲਿਕਟ ਕ੍ਰੀਏਟ ਹੋ ਗਿਆ ਸੀ ਕਿ ਗਵਰਨਰ ਜਨਰਲ ਨੂੰ ਪਾਵਰ ਇੰਨੀ ਨਹੀਂ ਸੀ ਜਿੰਨੀ ਆਪਾਂ ਨੂੰ ਦੇਖਣ ਨੂੰ ਲੱਗ ਰਿਹਾ ਕਿ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਤਾ ਸੀ। ਨੈਕਸਟ ਆ ਲੈਕ ਆਫ ਡਿਵੀਜ਼ਨ ਆਫ ਪਾਵਰ। ਇਹਦੇ ਵਿੱਚ ਅਸਲ 'ਚ ਨਾ ਆਪਾਂ ਨੇ ਦੇਖਿਆ ਸੀ ਕਿ ਪਿਛਲੇ ਐਕਟ ਦੇ ਵਿੱਚ ਆਪਾਂ ਨੇ ਰੀਡ ਕਰਿਆ ਸੀ ਕਿ ਸੁਪਰੀਮ ਕੋਰਟ ਐਸਟੈਬਲਿਸ਼ ਕਰੀ ਗਈ ਸੀ ਕਲਕੱਤਾ ਦੇ ਵਿੱਚ 1774 ਦੇ ਵਿੱਚ। ਪਰ ਜਿਹੜੀ ਸੁਪਰੀਮ ਕੋਰਟ ਦੀ ਪਾਵਰ ਸੀ ਔਰ ਗਵਰਨਰ ਜਨਰਲ ਦੀ ਪਾਵਰ ਸੀ, ਇਹਨਾਂ ਨੂੰ ਮਤਲਬ ਸੈਪਰੇਟ ਨਹੀਂ ਸੀ ਕਰਿਆ ਗਿਆ ਕਿ ਜਿਵੇਂ ਹੁਣ ਅੱਜ ਕੱਲ੍ਹ ਤਾਂ ਆਪਣੇ ਸਿਸਟਮ ਕੀ ਆ ਕਿ ਆਪਣੀ ਪ੍ਰੋਪਰ ਤਰੀਕੇ ਨਾਲ ਡਿਵੀਜ਼ਨ ਆਫ ਪਾਵਰ ਆ ਕਿ ਐਗਜ਼ੀਕਿਊਟਿਵ ਦੇ ਹੱਥ ਕਿਹੜੀ ਪਾਵਰ ਆ, ਲੈਜਿਸਲੇਟਿਵ ਦੇ ਹੱਥ ਕਿਹੜੀ ਪਾਵਰ ਆ, ਔਰ ਜਿਹੜਾ ਆਪਣਾ ਜੁਡੀਸ਼ਰੀ ਆ ਉਹਦੇ ਹੱਥ ਕਿਹੜੀ ਪਾਵਰ ਆ। ਪਰ ਇਸ ਟਾਈਮ ਜਦੋਂ ਇਹ ਸਾਰਾ ਸਿਸਟਮ ਚੱਲਿਆ, ਨਾ ਤਾਂ ਸੁਪਰੀਮ ਕੋਰਟ ਦੀ ਪਾਵਰ ਨੂੰ ਪ੍ਰੋਪਰ ਤਰੀਕੇ ਨਾਲ ਡਿਫਾਈਨ ਕਰਿਆ ਗਿਆ ਔਰ ਨਾ ਹੀ ਗਵਰਨਰ ਜਨਰਲ ਆਫ ਬੰਗਾਲ ਦੀ ਪਾਵਰ ਨੂੰ ਪ੍ਰੋਪਰ ਤਰੀਕੇ ਨਾਲ ਡਿਫਾਈਨ ਕਰਿਆ ਗਿਆ। ਤਾਂ ਆਹ ਗੱਲਾਂ ਨੂੰ ਲੈ ਕੇ ਦੋਵਾਂ ਦੇ ਵਿੱਚ ਕੌਨਫਲਿਕਟ ਕ੍ਰੀਏਟ ਹੋ ਰਿਹਾ ਸੀ ਤੇ ਇਹ ਵਾਲਾ ਕੌਨਫਲਿਕਟ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹਨੇ ਕੋਰਟ ਆਫ ਡਾਇਰੈਕਟਰਸ ਕੋਲ ਕਹਿ ਲਓ ਕੰਪਲੇਂਟ ਕਰਤੀ ਸੀ ਔਰ ਉਸ ਤੋਂ ਬਾਅਦ ਵਿੱਚ ਇਹ ਵਾਲੀ ਸਾਰੀ ਗੱਲ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਚਲੀ ਗਈ ਸੀ, ਠੀਕ ਹੈ। ਤਾਂ ਨੈਕਸਟ ਆਪਣੇ ਕੋਲ ਪੁਆਇੰਟ ਆ ਦ ਐਕਟ ਵਾਜ਼ ਸਾਇਲੈਂਟ ਔਨ ਦ ਸਟੇਟਸ ਔਰ ਕੰਸਰਨ ਆਫ ਪੀਪਲ ਆਫ ਇੰਡੀਆ ਹੂ ਵਰ ਪੇਇੰਗ ਰਿਵੈਨਿਊ ਟੂ ਦ ਈਸਟ ਇੰਡੀਆ ਕੰਪਨੀ। ਹੁਣ ਆਪਾਂ ਨੇ ਪਿਛਲੇ ਐਕਟ ਦੇ ਵਿੱਚ ਕੀ ਦੇਖਿਆ ਸੀ ਕਿ ਜੋ ਦੀਵਾਨੀ ਰਾਈਟ ਸੀ ਉਹ ਤਾਂ ਕਿਹਨੂੰ ਮਿਲੇ ਹੋਏ ਸੀ? ਈਸਟ ਇੰਡੀਆ ਕੰਪਨੀ ਨੂੰ। ਪਰ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਸਾਰਾ ਖਰਚਾ ਹੁੰਦਾ ਸੀ, ਲੋਕਾਂ ਨੂੰ ਜਿਹੜੀ ਸਹੂਲਤਾਂ ਪ੍ਰੋਵਾਈਡ ਕਰਾਉਣੀਆਂ ਨੇ, ਉਹਦੇ ਨਾਲ ਰਿਲੇਟਿਡ ਜੋ ਸਾਰੇ ਦੇ ਸਾਰੇ ਮਤਲਬ ਖਰਚੇ ਕਰਨੇ ਨੇ, ਉਹ ਕਿਹਨੂੰ ਕਰਨੇ ਪੈਣੇ ਸੀ? ਨਵਾਬ ਨੂੰ। ਤਾਂ ਦੋਵਾਂ ਦੇ ਵਿੱਚ ਇੱਕ ਤਰੀਕੇ ਨਾਲ ਕਹਿ ਲਓ ਬੜੀ ਅਜੀਬ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਗਈ ਸੀ, ਕਿਉਂਕਿ ਹੁਣ ਪੈਸੇ ਆ ਰਹੇ ਨੇ ਕੰਪਨੀ ਕੋਲ, ਕੰਪਨੀ ਦੀ ਆਹ ਡਿਊਟੀ ਨਹੀਂ ਹੈਗੀ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰੇ, ਪਰ ਨਵਾਬ ਦੀ ਡਿਊਟੀ ਆ, ਉਹਦੇ ਕੋਲ ਪੈਸੇ ਨਹੀਂ, ਲੋਕ ਰਿਵੈਨਿਊ ਭਰ ਰਹੇ ਨੇ, ਉਹਨਾਂ ਨੂੰ ਕੋਈ ਫਾਇਦਾ ਨਹੀਂ। ਇਸ ਤੋਂ ਇਲਾਵਾ ਨੈਕਸਟ ਆਪਣੇ ਕੋਲ ਪੁਆਇੰਟ ਆ ਇਟ ਡਿਡ ਨਾਟ ਸਟਾਪ ਕਰਪਸ਼ਨ ਅਮੰਗ ਦਾ ਕੰਪਨੀ ਅਫੀਸ਼ੀਅਲਸ। ਉਸ ਤੋਂ ਬਾਅਦ ਵਿੱਚ ਆਪਾਂ ਨੇ ਉਹਦੇ ਪਿਛਲੇ ਐਕਟ ਦੇ ਵਿੱਚ ਲਾਸਟ ਪੁਆਇੰਟ ਕਵਰ ਕਰਿਆ ਸੀ ਕਿ ਜੋ ਬ੍ਰਾਈਬਸ ਵਗੈਰਾ ਸੀ ਜਾਂ ਫਿਰ ਕਹਿ ਲਓ ਪਰਸਨਲ ਟ੍ਰੇਡ ਵਗੈਰਾ ਸੀ ਕੰਪਨੀ ਅਫੀਸ਼ੀਅਲਸ ਦੀ, ਉਹ ਸਾਰੇ ਕਾਸੇ ਦੇ ਉੱਤੇ ਬੈਨ ਲਗਾਇਆ ਗਿਆ ਸੀ। ਪਰ
ਜਿਹੜਾ ਇਹ ਐਕਟ ਪਾਸ ਕਰਿਆ ਗਿਆ ਸੀ ਇਹ ਵਾਲੀ ਚੀਜ਼ ਨੂੰ ਰੋਕਣ ਵਾਸਤੇ, ਇਹਦਾ ਕੋਈ ਫਾਇਦਾ ਨਾ ਹੋਇਆ ਕਿਉਂਕਿ ਕਰਪਸ਼ਨ ਬੰਦ ਹੋਈ ਹੋ ਨਹੀਂ। Next, this act made the governor of Madras and Bombay presidency subordinate to the Governor General of Bengal, but on which matters they are subordinate to Governor General of Bengal is not properly defined. This created a confusion among them. ਹੁਣ ਆਪਾਂ ਨੇ ਪਿਛਲੇ ਐਕਟ ਦੇ ਵਿੱਚ ਰੀਡ ਕਰਿਆ ਸੀ ਕਿ ਜੋ ਗਵਰਨਰ ਆਫ ਬੰਗਾਲ ਸੀ ਉਹਨੂੰ ਕੀ ਬਣਾਇਆ ਗਿਆ ਸੀ, ਗਵਰਨਰ ਜਨਰਲ ਆਫ ਬੰਗਾਲ, ਤੇ ਜਿਹੜੇ ਗਵਰਨਰ ਆਫ ਮਦਰਾਸ ਔਰ ਬੰਬਈ ਦੇ ਗਵਰਨਰ ਸੀ ਉਹਨਾਂ ਦੋਵਾਂ ਨੂੰ ਸਬਆਰਡੀਨੇਟ ਕੀਤਾ ਗਿਆ ਸੀ, ਮਤਲਬ ਕਿ ਅਧੀਨ ਕੀਤਾ ਗਿਆ ਸੀ ਗਵਰਨਰ ਜਨਰਲ ਦੇ। ਪਰ ਕਿਹੜੇ ਮੈਟਰ ਗਵਰਨਰ ਜਨਰਲ ਦੇ ਹੱਥ 'ਚ ਤੇ ਕਿਹੜੇ ਮੈਟਰ ਗਵਰਨਰ ਦੇ ਹੱਥ ਨੇ, ਇਹ ਵਾਲੀ ਚੀਜ਼ ਵੀ ਡਿਫਾਈਨ ਨਹੀਂ ਸੀ ਕੀਤੀ ਗਈ, ਜਿਹਦੇ ਕਰਕੇ ਮਤਲਬ ਨਾ ਇਹਨਾਂ ਦੇ ਵਿੱਚ ਫਿਰ ਤੋਂ ਕਨਫਲਿਕਟ ਕ੍ਰੀਏਟ ਹੋ ਰਹੇ ਸੀ। ਕਈ ਮੈਟਰ ਜਿਹੜੇ ਗਵਰਨਰ ਜਨਰਲ ਦੇ ਹੱਥ ਹੁੰਦੇ ਸੀ ਉਹਦੇ ਉੱਤੇ ਗਵਰਨਰ ਡਿਸੀਜ਼ਨ ਲੈ ਲੈਂਦਾ ਸੀ, ਕਈ ਜਿਹੜੇ ਗਵਰਨਰ ਦੇ ਹੱਥ ਹੁੰਦੇ ਸੀ ਉਹਦੇ ਉੱਤੇ ਗਵਰਨਰ ਜਨਰਲ ਡਿਸੀਜ਼ਨ ਲੈਂਦਾ ਸੀ। ਇਸ ਤਰੀਕੇ ਨਾਲ ਦੋਵੇਂ ਇੱਕ ਦੂਜੇ ਦੇ ਮਾਮਲੇ ਦੇ ਵਿੱਚ ਇੰਟਰਫੇਅਰ ਕਰ ਰਹੇ ਸੀ। ਤਾਂ ਇਹ ਤਾਂ ਆਪਣੇ ਡਿਫੈਕਟ ਹੋ ਗਏ। ਹੁਣ ਆਪਾਂ ਨੇ ਇਹਨਾਂ ਡਿਫੈਕਟਸ ਨੂੰ ਓਵਰਕਮ ਕਰਨ ਵਾਸਤੇ ਬ੍ਰਿਟਿਸ਼ ਗਵਰਨਮੈਂਟ ਨੇ 2 ਐਕਟ ਪਹਿਲਾਂ ਪਾਸ ਕੀਤੇ ਸੀ, ਮਤਲਬ ਕਿ 1793 ਦੇ ਵਿੱਚ ਜਿਹੜਾ ਐਕਟ ਪਾਸ ਹੋਣਾ ਸੀ ਉਸ ਤੋਂ ਪਹਿਲਾਂ ਹੀ 2 ਐਕਟ ਪਾਸ ਹੋ ਗਏ ਸੀ, ਜਿਨ੍ਹਾਂ ਨੂੰ ਆਪਾਂ ਮਤਲਬ ਇੱਕ ਤਰੀਕੇ ਨਾਲ ਕਹਿ ਲਓ ਐਕਟ ਆਫ ਸੈਟਲਮੈਂਟ ਕਹਿ ਦਿੰਦੇ ਆ ਕਿ ਇਹਨਾਂ ਨੂੰ ਮਤਲਬ ਓਵਰਕਮ ਕਰਨਾ ਸੀ, ਡਿਫੈਕਟਸ ਨੂੰ ਦੂਰ ਕਰਨਾ ਸੀ। ਤਾਂ ਇਹਦੇ ਵਿੱਚ ਆਪਣੇ ਕੋਲ 2 ਐਕਟ ਨੇ। ਫਸਟ ਐਕਟ ਆਫ ਸੈਟਲਮੈਂਟ 1781, ਸੈਕਿੰਡ ਆ ਪਿਟਸ ਇੰਡੀਆ ਐਕਟ 1784। ਤਾਂ ਪਹਿਲਾਂ ਆਪਾਂ ਐਕਟ ਆਫ ਸੈਟਲਮੈਂਟ 1781 ਕਵਰ ਕਰਾਂਗੇ। ਇਹਨੂੰ ਆਪਾਂ ਹੋਰ ਕੀ ਬੋਲ ਦਿੰਦੇ ਆ, ਅਮੈਂਡਿੰਗ ਐਕਟ ਆਫ 1781, ਠੀਕ ਹੈ, ਇੱਥੇ 81 ਆਊਗਾ। ਤਾਂ ਇਸ ਅਮੈਂਡਿੰਗ ਐਕਟ ਦਾ ਮਤਲਬ ਕੀ ਹੁੰਦਾ, ਅਮੈਂਡਮੈਂਟ ਦਾ ਅਸਲ 'ਚ ਮਤਲਬ ਕੀ ਹੁੰਦਾ, ਕਿਸੇ ਵੀ ਚੀਜ਼ ਦੇ ਵਿੱਚ ਸੰਸ਼ੋਧਨ ਕਰ ਦੇਣਾ, ਮਤਲਬ ਕਿ ਉਹਨੂੰ ਚੇਂਜ ਕਰ ਦੇਣਾ, ਉਹਨੂੰ ਬੈਟਰ ਬਣਾ ਦੇਣਾ, ਠੀਕ ਹੈ। ਤਾਂ ਕਰਕੇ ਆਪਾਂ ਇਹਨੂੰ ਕੀ ਬੋਲ ਦਿੰਦੇ ਆ, ਅਮੈਂਡਿੰਗ ਐਕਟ ਆਫ 1781 ਵੀ ਕਹਿ ਦਿੰਦੇ ਆ ਜਾਂ ਫਿਰ ਐਕਟ ਆਫ ਸੈਟਲਮੈਂਟ 1781 ਵੀ ਬੋਲ ਦਿੰਦੇ ਆ। ਮੇਨ ਮੋਟਿਵ ਟੂ ਡਿਫਾਈਨ ਦਾ ਪਾਵਰ ਆਫ ਗਵਰਨਰ ਜਨਰਲ ਐਂਡ ਦਾ ਸੁਪਰੀਮ ਕੋਰਟ। ਜਿਹੜੀ ਅਸਲ ਟੱਕਰ ਸੀ ਉਹ ਗਵਰਨਰ ਜਨਰਲ ਆਫ ਬੰਗਾਲ ਤੇ ਸੁਪਰੀਮ ਕੋਰਟ ਦੀ ਸੀ। ਬਾਕੀ ਸਾਰਾ ਕੁਝ ਮਾਮਲਾ ਸੈੱਟ ਹੋ ਸਕਦਾ ਸੀ ਪਰ ਇਹਨਾਂ ਦੀ ਟੱਕਰ ਬਹੁਤ ਜ਼ਿਆਦਾ ਵੱਧ ਰਹੀ ਸੀ। ਤਾਂ ਕਰਕੇ ਜਿਹੜਾ ਪਹਿਲਾਂ ਆਪਣੇ ਕੋਲ ਐਕਟ ਆਇਆ ਉਹਦੇ ਵਿੱਚ ਸੁਪਰੀਮ ਕੋਰਟ ਦੀਆਂ ਪਾਵਰ ਨੂੰ ਘਟਾ ਦਿੱਤਾ ਗਿਆ ਤੇ ਗਵਰਨਰ ਜਨਰਲ ਨੂੰ ਪਾਵਰਫੁਲ ਕੀਤਾ ਗਿਆ ਸੁਪਰੀਮ ਕੋਰਟ ਦੇ ਨਾਲੋਂ, ਠੀਕ ਹੈ। ਤਾਂ ਇਹਦਾ ਮੇਨ ਮੋਟਿਵ ਹੀ ਕੀ ਸੀ, ਡਿਫਾਈਨ ਕਰਨਾ ਪਾਵਰਸ ਨੂੰ, ਗਵਰਨਰ ਜਨਰਲ ਦੀਆਂ ਕਿਹੜੀਆਂ ਨੇ ਔਰ ਸੁਪਰੀਮ ਕੋਰਟ ਦੀਆਂ ਕਿਹੜੀਆਂ ਨੇ। It exempted the Governor General and the Council from the jurisdiction of the Supreme Court for the acts done by them in their official capacity. Similarly, it also exempted the servants of the company from the jurisdiction of the Supreme Court for their official action. ਹੁਣ ਜੇ ਦੇਖਿਆ ਜਾਵੇ ਹੁਣ ਦਾ ਜਿਹੜਾ ਸੁਪਰੀਮ ਕੋਰਟ ਆ ਉਹਦੇ ਹੱਥ ਪਾਵਰ ਹੈਗੀ ਆ, ਠੀਕ ਹੈ, ਉਹ ਕਿਸੇ ਵੀ ਚੀਜ਼ ਨੂੰ ਆਪਣੇ ਅੰਡਰ ਲੈ ਸਕਦਾ। ਪਰ ਜਿਹੜਾ ਇਸ ਟਾਈਮ ਸੁਪਰੀਮ ਕੋਰਟ ਸੀ ਉਹਦੇ ਵਿੱਚ ਕੀ ਮਤਲਬ ਅਮੈਂਡਮੈਂਟ ਕੀ ਕੀਤੀ ਗਈ ਸੀ ਪਾਵਰਸ ਦੇ ਵਿੱਚ ਕਿ ਗਵਰਨਰ ਜਨਰਲ ਆ ਜਿਹੜਾ ਔਰ ਗਵਰਨਰ ਜਨਰਲ ਦੀ ਜਿਹੜੀ ਕਾਉਂਸਲ ਆ ਉਹ ਸੁਪਰੀਮ ਕੋਰਟ ਦੇ ਅੰਡਰ ਨਹੀਂ ਆਉਂਦੀ। ਉਹ ਕੋਈ ਵੀ ਕੰਮ ਕਰਨ ਸੁਪਰੀਮ ਕੋਰਟ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੂ। ਇਸ ਤੋਂ ਇਲਾਵਾ ਜਿਹੜੇ ਕੰਪਨੀ ਦੇ ਅਫੀਸ਼ੀਅਲਸ ਨੇ, ਮਤਲਬ ਕਿ ਅਫਸਰ ਨੇ ਜਾਂ ਫਿਰ ਕਹਿ ਲਓ ਉਹਦੇ ਐਮਪਲੋਈ ਨੇ, ਜਦੋਂ ਵੀ ਉਹ ਕੰਪਨੀ ਦਾ ਕੰਮ ਕਰ ਰਹੇ ਨੇ, ਠੀਕ ਹੈ, ਉਹ ਵਾਲੀ ਜੂਰਿਸਡਿਕਸ਼ਨ ਕਹਿੰਦੇ ਸੁਪਰੀਮ ਕੋਰਟ ਦੇ ਅੰਡਰ ਆਉਂਦੀ ਉਹ ਨਹੀਂ। ਮਤਲਬ ਕਿ ਜਿਹੜੇ ਕੰਪਨੀ ਅਫੀਸ਼ੀਅਲ ਸੀ, ਗਵਰਨਰ ਜਨਰਲ ਸੀ ਤੇ ਜਿਹੜੇ ਇਹਨਾਂ ਦੀ ਐਗਜ਼ੀਕਿਊਟਿਵ ਕਾਉਂਸਲ ਸੀ, ਉਹਨੂੰ ਆਪਣੇ ਕੰਮ ਤੋਂ, ਉਹਨਾਂ ਦੇ ਕੰਮ ਨੂੰ ਸੁਪਰੀਮ ਕੋਰਟ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਗਿਆ। ਨੈਕਸਟ ਆ, ਇਟ ਐਕਸਕਲੂਡਡ ਦਾ ਰਿਵੈਨਿਊ ਮੈਟਰ ਐਂਡ ਮੈਟਰਸ ਅਰਾਈਜ਼ਿੰਗ ਇਨ ਦਾ ਕਲੈਕਸ਼ਨ ਆਫ ਰਿਵੈਨਿਊ ਫਰੋਮ ਦਾ ਜੂਰਿਸਡਿਕਸ਼ਨ ਆਫ ਸੁਪਰੀਮ ਕੋਰਟ। ਹੁਣ ਜਿਹੜਾ ਰਿਵੈਨਿਊ ਕਲੈਕਟ ਕਰਨਾ ਸੀ ਇਹ ਵਾਲੀ ਗੱਲ ਕਿਹਦੀ ਹੁੰਦੀ ਸੀ, ਆਪਣੇ ਕੋਲ ਕੰਪਨੀ ਦੀ ਹੁੰਦੀ ਸੀ, ਠੀਕ ਹੈ, ਕੰਪਨੀ ਦਾ ਹੀ ਕੰਮ ਸੀ ਨਾ, ਦੀਵਾਨੀ ਰਾਈਟ ਮਿਲੇ ਹੋਏ ਸੀ। ਤਾਂ ਜਿਹੜਾ ਵੀ ਟੈਕਸ ਕਲੈਕਸ਼ਨ ਦੇ ਮਾਮਲੇ ਦੇ ਵਿੱਚ ਕੋਈ ਵੀ ਇਸ਼ੂ ਕ੍ਰੀਏਟ ਹੁੰਦਾ ਉਹਦਾ ਕੋਈ ਵੀ ਫੈਸਲਾ ਸੁਪਰੀਮ ਕੋਰਟ ਨਹੀਂ ਸੀ ਲੈ ਸਕਦੀ। ਇਹਨੂੰ ਵੀ ਸੁਪਰੀਮ ਕੋਰਟ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਗਿਆ। ਨੈਕਸਟ ਆ, it provided that the Supreme Court was to have jurisdiction over all the inhabitants of Calcutta. It also required the court to administer the personal law of the defendants, that is, Hindus were to be tried according to the Hindu law and Muslims were to be tried according to the Muhammadian law. ਕਿਉਂਕਿ ਹੁਣ ਦੇਖੋ ਜਿਹੜਾ ਆਪਣਾ ਉਸ ਟਾਈਮ ਮਤਲਬ ਹਜੇ ਤਾਂ ਨਾ ਥੋੜੀ ਮੇਰੇ ਹਿਸਾਬ ਨਾਲ ਰਿਲੀਜੀਅਸ ਟੋਲਰੈਂਸ ਹੈਗੀ ਆ ਆਪਣੇ ਦੇ ਵਿੱਚ, ਠੀਕ ਹੈ, ਪਰ ਉਸ ਟਾਈਮ ਦੇ ਵਿੱਚ ਨਾ ਲੋਕਾਂ ਦੇ ਵਿੱਚ ਥੋੜਾ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਕਹਿ ਲਓ ਕੱਟੜਤਾ ਸੀ।
ਤਾਂ ਕਰਕੇ ਜਿਹੜੀ ਕੰਪਨੀ ਸੀ ਜਾਂ ਫਿਰ ਕਹਿ ਲਓ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਉਹਨੇ ਐਕਟ ਪਾਸ ਕਰਕੇ ਕਿਹਾ ਕਿ ਜਿਹੜੇ ਮੁਸਲਿਮ ਨੇ ਉਹਨਾਂ ਨੂੰ ਮੁਹੰਮਦੀਅਨ ਲਾਅ ਦੇ ਮਤਲਬ ਕਿ ਜਿਹੜੇ ਉਹਨਾਂ ਦੇ ਲਾਅ ਨੇ ਉਹਨਾਂ ਦੇ ਅਕੋਰਡਿੰਗ ਟਰੀਟ ਕੀਤਾ ਜਾਊਗਾ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਹਿੰਦੂ ਲਾਅ ਦੇ ਅਕੋਰਡਿੰਗ ਟਰੀਟ ਕੀਤਾ ਜਾਊਗਾ। ਦੋਵਾਂ ਦਾ ਐਵੇਂ ਨਹੀਂ ਕਿ ਆਪਾਂ ਮਿਕਸ ਕਰ ਦਈਏ ਪਰ ਇੱਕ ਸਾਂਝਾ ਬਣਾ ਦਈਏ ਕਿ ਹਾਂਜੀ ਬਸ ਇਹਦੇ ਅਕੋਰਡਿੰਗ ਹੀ ਟਰੀਟ ਕਰਾਂਗੇ, ਤੁਹਾਡੇ ਧਰਮਾਂ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ, ਠੀਕ ਹੈ। ਕਿਉਂਕਿ ਇੰਨੀ ਗੱਲ ਉਹ ਵੀ ਜਾਣਦੇ ਸੀ ਕਿ ਇੱਥੋਂ ਦੇ ਲੋਕ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਨੇ ਕਿ ਐਵੇਂ ਦਾ ਕੋਈ ਇਸ਼ੂ ਕ੍ਰੀਏਟ ਕਰਾਂਗੇ ਤਾਂ ਅੱਗੇ ਜਾ ਕੇ ਉਹਨਾਂ ਨੂੰ ਔਖਾ ਹੋਊਗਾ। Next see, it laid down that the appeals from the provincial courts could be taken to the Governor General in Council and not to the Supreme Court। ਜਿਵੇਂ ਕਿ ਅੱਜ ਦੀ ਘੜੀ ਆਪਾਂ ਦੇਖਦੇ ਹਾਂ ਕਿ ਜਿਹੜਾ ਆਪਣੇ ਕੋਲ ਮਤਲਬ ਹਾਈ ਕੋਰਟ ਦੇ ਮਾਮਲੇ ਹੁੰਦੇ ਨੇ, ਹਾਈ ਕੋਰਟ ਦੇ ਵਿੱਚ ਆਪਾਂ ਨੂੰ ਸੈਟਿਸਫੈਕਸ਼ਨ ਨਹੀਂ ਮਿਲੀ, ਆਪਾਂ ਕਿੱਥੇ ਚਲੇ ਜਾਂਦੇ ਹਾਂ, ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਆਪਣੇ ਕੋਲ ਆਪਸ਼ਨ ਹੈਗੀ ਆ, ਠੀਕ ਹੈ, ਮਤਲਬ ਕਿ ਸੁਪਰੀਮ ਕੋਰਟ ਨੂੰ ਜ਼ਿਆਦਾ ਪਾਵਰਫੁਲ ਬਣਾਇਆ ਗਿਆ। ਪਰ ਇਸ ਕੇਸ ਦੇ ਵਿੱਚ ਕੀ ਕੀਤਾ ਗਿਆ ਸੀ ਕਿ ਕੋਈ ਵੀ ਪ੍ਰੋਵਿੰਸ਼ੀਅਲ ਕੋਰਟ ਦਾ ਜਿਹੜਾ ਮੈਟਰ ਆ, ਜੇ ਉਹਨਾਂ ਨੂੰ ਲੱਗਦਾ ਕਿ ਹਾਂ ਮਤਲਬ ਉੱਧਰ ਸੋਲਵ ਨਹੀਂ ਹੋ ਰਿਹਾ ਜਾਂ ਫਿਰ ਕੋਰਟ ਨੂੰ ਲੈ ਕੇ ਹੀ ਕੋਈ ਡਿਬੇਟ ਹੋਵੇ, ਤਾਂ ਉਹ ਸੁਪਰੀਮ ਕੋਰਟ ਤੇ ਨਹੀਂ ਜਾਊਗਾ ਮੈਟਰ, ਉਹਨੂੰ ਸੋਲਵ ਗਵਰਨਰ ਜਨਰਲ ਕਰੂਗਾ ਉਹਦੀ ਕਾਉਂਸਲ ਨਾਲ ਮਿਲ ਕੇ, ਠੀਕ ਹੈ। ਤਾਂ ਇੱਕ ਤਰੀਕੇ ਨਾਲ ਸੁਪਰੀਮ ਕੋਰਟ ਦੀ ਪਾਵਰ ਇੱਧਰੋਂ ਵੀ ਘਟਾਤੀ। ਨੈਕਸਟ ਪੁਆਇੰਟ ਆ, ਇਟ ਐਮਪਾਵਰਡ ਦਾ ਗਵਰਨਰ ਜਨਰਲ ਇਨ ਕਾਉਂਸਲ ਟੂ ਫਰੇਮ ਰੈਗੂਲੇਸ਼ਨ ਫॉर ਦਾ ਪ੍ਰੋਵਿੰਸ਼ੀਅਲ ਕੋਰਟਸ ਐਂਡ ਕਾਉਂਸਲ। ਜਿਹੜੇ ਕਹਿੰਦੇ ਨੇ ਪ੍ਰੋਵਿੰਸ਼ੀਅਲ ਕੋਰਟ ਸੀ ਜਾਂ ਫਿਰ ਕਾਉਂਸਲ ਸੀ, ਉਹਨਾਂ ਨਾਲ ਰਿਲੇਟਡ ਜੋ ਵੀ ਰੈਗੂਲੇਸ਼ਨਸ ਬਣਾਉਣੇ ਸੀ, ਰੂਲਸ ਬਣਾਉਣੇ ਸੀ, ਉਹ ਸਾਰੇ ਕੌਣ ਬਣਾਊਗਾ, ਗਵਰਨਰ ਜਨਰਲ ਦੀ ਕਾਉਂਸਲ ਬਣਾਊਗੀ, ਨਾ ਕਿ ਸੁਪਰੀਮ ਕੋਰਟ ਬਣਾਊ। ਕਲੀਅਰ ਹੈ। ਇਸ ਤੋਂ ਇਲਾਵਾ ਨੈਕਸਟ ਐਕਟ ਆਪਣੇ ਕੋਲ ਆ ਜਾਂਦਾ ਪਿਟਸ ਇੰਡੀਆ ਐਕਟ 1784। ਫਸਟ ਦੇਖੋ, ਇੱਕ ਵਾਰ ਨਾ ਕ੍ਰੋਨੋਲੋਜੀ ਦੇ ਵਿੱਚ ਸੋਚੋ ਕਿ ਆਪਾਂ ਨੇ ਪੜ੍ਹਿਆ ਕੀ ਸੀ। ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਸੀ ਕਿ ਡਰਾਬੈਕਸ ਕੀ ਸੀ ਜਿਹਦੇ ਕਰਕੇ ਆਪਾਂ ਨੂੰ ਜਾਂ ਫਿਰ ਕਹਿ ਲਓ ਬੈਕਗਰਾਊਂਡ ਕੀ ਸੀ ਜਿਹਦੇ ਕਰਕੇ ਆਪਾਂ ਨੂੰ ਐਕਟ ਆਫ 1773 ਲੈ ਕੇ ਆਉਣਾ ਪਿਆ। ਫਿਰ ਆਪਾਂ ਨੇ 1773 ਦਾ ਐਕਟ ਰੀਡ ਕੀਤਾ। ਉਸ ਤੋਂ ਬਾਅਦ ਵਿੱਚ ਆਪਾਂ ਨੇ ਉਹਦੇ ਵਿੱਚ ਜਿਹੜੇ ਡਿਫੈਕਟ ਸੀ ਉਹ ਰੀਡ ਕੀਤੇ। ਡਿਫੈਕਟਸ ਨੂੰ ਦੂਰ ਕਰਨ ਵਾਸਤੇ ਆਪਣੇ ਕੋਲ ਕਿਹੜਾ ਐਕਟ ਆਇਆ ਸੀ, ਐਕਟ ਆਫ ਸੈਟਲਮੈਂਟ ਆਇਆ। ਐਕਟ ਆਫ ਸੈਟਲਮੈਂਟ ਦੇ ਨਾਲ ਨਾਲ ਉਸ ਤੋਂ ਬਾਅਦ ਵਿੱਚ ਥੋੜੇ ਟਾਈਮ ਬਾਅਦ ਹੁਣ ਕਿਹੜਾ ਐਕਟ ਆ ਗਿਆ ਸੀ, ਪਿਟਸ ਇੰਡੀਆ ਐਕਟ ਆਫ 1784, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਕੀ ਦੱਸਿਆ ਗਿਆ ਸੀ, ਇਟ ਡਿਸਟਿੰਗੁਇਸ਼ਡ ਬਿਟਵੀਨ ਦਾ ਕਮਰਸ਼ੀਅਲ ਐਂਡ ਦਾ ਪੋਲੀਟੀਕਲ ਫੰਕਸ਼ਨਸ ਆਫ ਦਾ ਕੰਪਨੀ। ਇਹਦੇ ਵਿੱਚ ਕੀ ਕੀਤਾ ਗਿਆ, ਜਿਹੜੇ ਕੰਪਨੀ ਦਾ ਕਮਰਸ਼ੀਅਲ ਮਤਲਬ ਫੰਕਸ਼ਨ ਹੋਣਗੇ ਉਹਨਾਂ ਨੂੰ ਅਲੱਗ ਕੀਤਾ ਗਿਆ, ਜਿਹੜੇ ਪੋਲੀਟੀਕਲ ਫੰਕਸ਼ਨ ਨੇ ਉਹਨਾਂ ਨੂੰ ਅਲੱਗ ਕੀਤਾ ਗਿਆ ਤਾਂ ਕਿ ਦੋਵੇਂ ਆਪਸ ਦੇ ਵਿੱਚ ਓਵਰਲੈਪ ਨਾ ਕਰਨ। ਇਟ ਅਲਾਉਡ ਦਾ ਕੋਰਟ ਆਫ ਡਾਇਰੈਕਟਰਸ ਟੂ ਮੈਨੇਜ ਦਾ ਕਮਰਸ਼ੀਅਲ ਅਫੇਅਰਸ। ਜਿਹੜਾ ਕਮਰਸ਼ੀਅਲ ਅਫੇਅਰ ਸੀ ਉਹਨਾਂ ਨੂੰ ਮੈਨੇਜ ਕਰਨ ਲਈ ਕਿਹੜੀ ਬੋਡੀ ਸੀ, ਕੋਰਟ ਆਫ ਡਾਇਰੈਕਟਰਸ। ਬਟ ਕ੍ਰੀਏਟਡ ਅ ਨਿਊ ਬੋਡੀ। ਇਸ ਐਕਟ ਦੇ ਵਿੱਚ ਇੱਕ ਹੋਰ ਨਵੀਂ ਬੋਡੀ ਬਣਾਈ ਗਈ ਸੀ ਜਿਹਨੂੰ ਆਪਾਂ ਕਹਿੰਦੇ ਆ ਬੋਰਡ ਆਫ ਕੰਟਰੋਲ, ਠੀਕ ਹੈ। ਜਿਹੜੀ ਬੋਰਡ ਆਫ ਕੰਟਰੋਲ ਸੀ ਉਹ ਕਿਹਨੂੰ ਮੈਨੇਜ ਕਰ ਰਹੀ ਸੀ, ਪੋਲੀਟੀਕਲ ਅਫੇਅਰਸ ਨੂੰ। ਇਹਨੂੰ ਨਾ ਤੁਸੀਂ ਐਵੇਂ ਯਾਦ ਰੱਖ ਲਿਓ ਕਿ ਕੋਰਟ ਆਫ ਡਾਇਰੈਕਟਰ ਮਤਲਬ ਕਿ ਸੀ ਤੋਂ ਸਟਾਰਟ ਹੋ ਰਿਹਾ, ਇੱਧਰੋਂ ਕਮਰਸ਼ੀਅਲ ਅਫੇਅਰ ਵੀ ਸੀ ਤੋਂ ਨੇ ਤਾਂ ਸੀ ਹੋ ਗਿਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬੋਰਡ ਆਫ ਕੰਟਰੋਲ ਆ ਬੀ ਤੋਂ ਹੋ ਗਿਆ ਔਰ ਪੋਲੀਟੀਕਲ ਪੀ ਤੋਂ ਹੋ ਗਿਆ, ਤਾਂ ਇਹਦਾ BP ਯਾਦ ਰੱਖ ਲਿਓ, ਠੀਕ ਹੈ। ਉੱਪਰ ਵਾਲੇ ਦਾ ਸੀ ਔਰ ਨੀਚੇ ਵਾਲੇ ਦਾ BP। ਤਾਂ ਉਹਨਾਂ ਨੇ ਕੀ ਕਿਹਾ ਕਿ ਆਪਣੇ ਕੋਲ ਹੁਣ ਦੋ ਬੋਡੀਜ਼ ਹੋ ਗਈਆਂ, ਜਿਹੜੀ ਕੋਰਟ ਆਫ ਡਾਇਰੈਕਟਰ ਆ ਉਹ ਕਮਰਸ਼ੀਅਲ ਅਫੇਅਰਸ ਨੂੰ ਮੈਨੇਜ ਕਰੂਗੀ ਔਰ ਜੋ ਬੋਰਡ ਆਫ ਕੰਟਰੋਲ ਆ ਉਹ ਪੋਲੀਟੀਕਲ ਅਫੇਅਰਸ ਨੂੰ ਮੈਨੇਜ ਕਰੂਗਾ। ਤਾਂ ਇਸ ਤਰੀਕੇ ਨਾਲ ਡਬਲ ਗਵਰਨਮੈਂਟ ਦਾ ਸਿਸਟਮ ਐਸਟੈਬਲਿਸ਼ ਹੋ ਗਿਆ ਸੀ। ਨੈਕਸਟ ਪੁਆਇੰਟ ਆ, ਇਟ ਐਮਪਾਵਰਡ ਦਾ ਬੋਰਡ ਆਫ ਕੰਟਰੋਲ ਟੂ ਸੁਪਰਵਾਈਜ਼ ਐਂਡ ਡਾਇਰੈਕਟ ਆਲ ਆਪਰੇਸ਼ਨਸ ਆਫ ਦਾ ਸਿਵਲ ਐਂਡ ਮਿਲਟਰੀ ਗਵਰਨਮੈਂਟ ਔਰ ਰਿਵੈਨਿਊਜ਼ ਆਫ ਦਾ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ, ਠੀਕ ਹੈ। ਤਾਂ ਇਸ ਐਕਟ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਜੋ ਬੋਰਡ ਆਫ ਕੰਟਰੋਲ ਆ ਉਹ ਸੁਪਰਵਾਈਜ਼ ਕਰੂਗਾ ਜਾਂ ਫਿਰ ਕਹਿ ਲਓ ਡਾਇਰੈਕਟ ਕਰੂਗਾ ਸਾਰੇ ਆਪਰੇਸ਼ਨਸ ਨੂੰ। ਕਾਦੇ ਨਾਲ ਰਿਲੇਟਡ ਨੇ, ਜਿਹੜੇ ਸਿਵਲ, ਮਿਲਟਰੀ ਔਰ ਰਿਵੈਨਿਊ ਨਾਲ ਰਿਲੇਟਡ, ਠੀਕ ਹੈ। ਤਾਂ ਇਹਦੇ ਵਿੱਚ ਆਹੀ ਗੱਲ ਦਿੱਤੀ ਗਈ ਸੀ। ਇਹਦੇ ਵਿੱਚ ਇੱਕ ਵਰਡ ਧਿਆਨ ਰੱਖਣ ਵਾਲਾ ਕਿ ਵਰਡ ਕੀ ਮੈਂਸ਼ਨ ਕੀਤਾ ਗਿਆ, ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਤਾਂ ਇਹ ਪਹਿਲੀ ਵਾਰ ਹੋਇਆ ਸੀ ਕਿ ਜਿਹੜਾ ਵਰਡ ਕਹਿੰਦੇ ਨੇ ਜਿਹੜੀ ਕੰਪਨੀ ਨੇ ਟੈਰੀਟਰੀਜ਼ ਐਕਵਾਇਰ ਕੀਤੀਆਂ ਹੋਈਆਂ ਸੀ ਉਹਨਾਂ ਦੇ ਵਾਸਤੇ ਵਰਡ ਯੂਜ਼ ਕੀਤਾ ਗਿਆ ਸੀ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਕਈ ਵਾਰ ਮੰਨ ਲਓ ਕਹਿੰਦੇ ਨੇ ਪੇਪਰ ਦੇ ਵਿੱਚ ਕੁਐਸਚਨ ਆ ਜਾਏਗੀ, ਹਾਂ ਕਿਹੜੇ ਐਕਟ ਦੇ ਥਰੂ ਸਭ ਤੋਂ ਪਹਿਲੀ ਵਾਰ ਜਿਹੜੀਆਂ ਕੰਪਨੀ ਦੀਆਂ ਟੈਰੀਟਰੀ ਸੀ ਉਹਨਾਂ ਨੂੰ ਬ੍ਰਿਟਿਸ਼ ਪੋਜੈਸ਼ਨ ਦੇ ਵਿੱਚ ਲਿਆ ਗਿਆ, ਪਿਟਸ ਇੰਡੀਆ ਐਕਟ 1784 ਦੇ ਵਿੱਚ ਸੀ, ਠੀਕ ਹੈ। ਤਾਂ ਨੈਕਸਟ ਹੈ, also governor general become more powerful because now there was only 3 members in executive council। ਇਸ ਤੋਂ ਇਲਾਵਾ ਪਿਛਲੇ ਐਕਟ 'ਚ ਆਪਾਂ ਨੇ ਆਹੀ ਗੱਲ ਪੜ੍ਹੀ ਹੈ ਨਾ ਕਿ ਗਵਰਨਰ ਜਨਰਲ ਕੋਲ ਪਾਵਰ ਘੱਟ ਸੀ ਕਿਉਂਕਿ ਮੇਨ ਪਾਵਰ ਤਾਂ ਜਿਹੜੀ ਉਹਦੀ ਕਾਉਂਸਿਲ ਆ ਉਹਦੇ ਕੋਲ ਸੀ, 4 ਮੈਂਬਰ ਸੀ। ਜੇ 2 ਉਹਦੇ ਫੇਵਰ 'ਚ ਨੇ ਤਾਂ ਕਿਤੇ ਜਾ ਕੇ ਵੋਟ ਹੋਊਗੀ, ਪਰ ਹੁਣ ਜਿਹੜੇ ਮੈਂਬਰ ਸੀ ਉਹਨਾਂ ਦੀ ਗਿਣਤੀ 4 ਤੋਂ ਘਟਾ ਕੇ 3 ਕਰਤੀ ਗਈ ਸੀ।
ਹੁਣ ਦੇਖੋ ਟੋਟਲ ਕਿੰਨੇ ਜਾਣੇ ਹੋ ਗਏ, ਇੱਕ ਗਵਰਨਰ ਜਨਰਲ ਹੋ ਗਿਆ ਤੇ 3 ਐਗਜ਼ੀਕਿਊਟਿਵ ਕਾਉਂਸਲ ਦੇ ਮੈਂਬਰ ਹੋ ਗਏ, ਟੋਟਲ ਹੋ ਗਏ 4। ਤਾਂ ਗਵਰਨਰ ਜਨਰਲ ਨੇ ਜੇ ਕੋਈ ਐਕਟ ਪਾਸ ਕਰਨਾ ਤਾਂ ਇੱਕ ਤਾਂ ਉਹਦੀ ਪਾਵਰ ਹੋਊਗੀ, ਤੇ ਉਸ ਤੋਂ ਇਲਾਵਾ 3 ਮੈਂਬਰਾਂ ਦੇ ਵਿੱਚੋਂ ਜੇ ਕੋਈ ਇੱਕ ਮੈਂਬਰ ਵੀ ਗਵਰਨਰ ਜਨਰਲ ਦਾ ਫੇਵਰ ਕਰ ਦੇਵੇ ਤਾਂ ਉਹ ਐਕਟ ਪਾਸ ਹੋ ਜਾਊਗਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਜਿਹੜਾ ਗਵਰਨਰ ਜਨਰਲ ਸੀ ਪਹਿਲਾਂ ਉਹ ਸੁਪਰੀਮ ਕੋਰਟ ਨਾਲੋਂ ਜ਼ਿਆਦਾ ਪਾਵਰਫੁਲ ਹੋਇਆ, ਹੁਣ ਐਗਜ਼ੀਕਿਊਟਿਵ ਕਾਉਂਸਲ ਦੇ ਨਾਲੋਂ ਜ਼ਿਆਦਾ ਪਾਵਰਫੁਲ ਹੋ ਗਿਆ। ਨੈਕਸਟ ਆ ਦਸ ਦਾ ਐਕਟ ਵਾਸ ਸਿਗਨੀਫਿਕੈਂਟ ਫॉर 2 ਰੀਜ਼ਨਸ। ਇਹਦੇ ਵੇਲੇ ਐਕਟ ਦੀ ਐਕਚੁਅਲ ਦੇ ਵਿੱਚ ਸਿਗਨੀਫਿਕੈਂਸ ਕੀ ਆ, ਮਤਲਬ ਕਿ ਇੰਪੋਰਟੈਂਸ ਕੀ ਆ। ਪਹਿਲਾ ਕੀ ਸੀ, ਫਸਟ ਦ ਕੰਪਨੀਜ਼ ਟੈਰੀਟਰੀਜ਼ ਇਨ ਇੰਡੀਆ ਵਰ ਫॉर द फर्स्ट टाइम कॉल्ड द ਬ੍ਰਿਟਿਸ਼ ਪੋਜੈਸ਼ਨਸ। ਜਿਹੜੀਆਂ ਕੰਪਨੀ ਨੇ ਟੈਰੀਟਰੀਜ਼ ਐਕਵਾਇਰ ਕੀਤੀਆਂ ਗਈਆਂ ਸੀ ਇੰਡੀਆ ਦੇ ਵਿੱਚ, ਉਹਨਾਂ ਨੂੰ ਪਹਿਲੀ ਵਾਰ ਬ੍ਰਿਟਿਸ਼ ਪੋਜੈਸ਼ਨ ਦਾ ਨਾਮ ਦਿੱਤਾ ਗਿਆ, ਮਤਲਬ ਕਿ ਬ੍ਰਿਟਿਸ਼ ਪਾਰਲੀਮੈਂਟ ਨੇ ਆਪਣੇ ਨਾਮ ਦੇ ਉੱਤੇ ਕਿਹਾ। ਐਂਡ ਸੈਕਿੰਡ ਦ ਬ੍ਰਿਟਿਸ਼ ਗਵਰਨਮੈਂਟ ਵਾਜ਼ ਗਿਵਨ ਦ ਸੁਪਰੀਮ ਕੰਟਰੋਲ ਓਵਰ ਦ ਕੰਪਨੀਜ਼ ਅਫੇਅਰ ਐਂਡ ਇਟਸ ਐਡਮਿਨਿਸਟ੍ਰੇਸ਼ਨ ਇਨ ਇੰਡੀਆ। ਜਿਹੜੇ ਕਹਿੰਦੇ ਨੇ ਕੰਪਨੀ ਦੇ ਜਿੰਨੇ ਵੀ ਮਾਮਲੇ ਸੀ ਜਾਂ ਫਿਰ ਕਹਿ ਲਓ ਉਹਦਾ ਐਡਮਿਨਿਸਟ੍ਰੇਸ਼ਨ ਸੀ ਇੰਡੀਆ ਦਾ, ਉਹ ਸਾਰਾ ਅਸਲ ਦੇ ਵਿੱਚ ਕਿਹਦੇ ਹੱਥ 'ਚ ਚਲਾ ਗਿਆ ਸੀ, ਬ੍ਰਿਟਿਸ਼ ਗੌਰਮੈਂਟ ਦੇ ਹੱਥ ਦੇ ਵਿੱਚ ਚਲਾ ਗਿਆ ਸੀ। ਠੀਕ ਹੈ, ਆਈ ਹੋਪ ਤੁਹਾਨੂੰ ਆਹ ਵਾਲੀਆਂ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ। ਆਪਾਂ ਨੇ ਹੁਣ ਤੱਕ ਕੀ ਰੀਡ ਕੀਤਾ, ਇੱਕ ਵਾਰ ਇਹਦੀ ਰਿਵੀਜ਼ਨ ਕਰ ਲਓ। ਸਭ ਤੋਂ ਪਹਿਲਾਂ ਕੀ ਸੀ, ਡਿਫੈਕਟਸ ਆਫ 1773 ਸੀ। ਇਹਦੇ ਵਿੱਚ ਆਪਾਂ ਨੇ ਡਿਫੈਕਟ ਦੇ ਵਿੱਚ ਪਹਿਲਾਂ ਕੀ ਦੇਖਿਆ ਸੀ ਕਿ ਜਿਹੜਾ ਗਵਰਨਰ ਜਨਰਲ ਆ ਉਹਦੇ ਕੋਲ ਕੀ ਸੀ, ਮਤਲਬ ਉਹਦੇ ਕੋਲ ਕੀ ਸੀ, ਘੱਟ ਪਾਵਰ ਸੀ। ਠੀਕ ਹੈ, ਜਿਹੜੇ ਵੀ ਐਕਟ ਹੁੰਦੇ ਸੀ ਪਾਸ ਕੌਣ ਕਰ ਰਿਹਾ ਸੀ, ਕਾਉਂਸਲ, ਪਰ ਜਵਾਬਦੇਹੀ ਕਿਹਦੀ ਹੁੰਦੀ ਸੀ, ਗਵਰਨਰ ਜਨਰਲ ਦੀ। ਸੈਕਿੰਡ ਦੇ ਵਿੱਚ ਕੀ ਕਿਹਾ ਸੀ ਕਿ ਸੁਪਰੀਮ ਕੋਰਟ ਤੇ ਗਵਰਨਰ ਜਨਰਲ ਦੇ ਵਿੱਚ ਡਿਵੀਜ਼ਨ ਆਫ ਪਾਵਰ ਨਹੀਂ ਸੀ। ਥਰਡ ਆਪਾਂ ਨੇ ਕੀ ਦੇਖਿਆ ਕਿ ਜਿਹੜਾ ਰਿਵੈਨਿਊ ਪੇ ਕਰ ਰਹੇ ਨੇ ਲੋਕ, ਉਹਦੇ ਉੱਤੇ ਕੋਈ ਮਾਮਲਾ ਹੈ ਹੀ ਨਹੀਂ ਸੀ। ਠੀਕ ਹੈ, ਰਿਵੈਨਿਊ ਕਿਸੇ ਹੋਰ ਨੂੰ ਪੇ ਕਰ ਰਹੇ ਨੇ, ਜ਼ਿੰਮੇਵਾਰੀ ਕਿਸੇ ਹੋਰ ਦੀ ਹੈ, ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਨੈਕਸਟ ਆਪਾਂ ਨੇ ਦੇਖਿਆ ਸੀ ਕਰਪਸ਼ਨ ਇਹਦੇ ਨਾਲ ਰੁਕੀ ਨਹੀਂ ਸੀ, ਤਾਂ ਕਰਕੇ ਨੈਕਸਟ ਆਪਣੇ ਕੋਲ ਕੀ ਆ ਗਿਆ, ਗਵਰਨਰ ਜਨਰਲ ਸੀ ਜਿਹੜੇ, ਔਰ ਕਹਿੰਦੇ ਗਵਰਨਰ ਆਫ ਮਦਰਾਸ ਤੇ ਬੰਬਈ ਸੀ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਡਿਵੀਜ਼ਨ ਆਫ ਪਾਵਰ ਹੈ ਹੀ ਨਹੀਂ ਸੀ ਕਿ ਕਿਹੜੇ ਮਾਮਲੇ ਦੇ ਉੱਤੇ ਕੌਣ ਫੈਸਲਾ ਲਊਗਾ, ਤਾਂ ਕਰਕੇ ਇਹਨਾਂ 'ਚ ਵੀ ਕੌਨਫਲਿਕਟ ਚੱਲਦਾ ਰਹਿੰਦਾ ਸੀ। ਜਿਹੜਾ ਕਹਿੰਦੇ ਨੇ ਬਸ ਆਹੀ ਵਾਲੀ ਚੀਜ਼ ਐਕਸਪਲੇਨ ਹੋਈ ਸੀ। ਨੈਕਸਟ ਇਹ ਵਾਲੇ ਡਿਫੈਕਟਸ ਨੂੰ ਦੂਰ ਕਰਨ ਵਾਸਤੇ ਆਪਾਂ ਨੇ 2 ਐਕਟ ਪਾਸ ਕੀਤੇ ਸੀ। ਫਸਟ ਆਪਣੇ ਕੋਲ ਕਿਹੜਾ, ਐਕਟ ਆਫ ਸੈਟਲਮੈਂਟ 1781 ਤੇ ਨੈਕਸਟ ਆ ਪਿਟਸ ਇੰਡੀਆ ਐਕਟ 1784। ਪਹਿਲੇ ਵਾਲੇ ਐਕਟ ਜਿਹੜਾ ਐਕਟ ਆਫ ਸੈਟਲਮੈਂਟ ਆ ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਅਮੈਂਡਿੰਗ ਐਕਟ ਆਫ 1781। ਇਹਦੇ ਵਿੱਚ ਇਹਦਾ ਮੇਨ ਮੋਟਿਵ ਕੀ ਸੀ, ਸੁਪਰੀਮ ਕੋਰਟ ਦੀ ਪਾਵਰ ਨੂੰ ਘੱਟ ਕਰਨਾ ਤੇ ਗਵਰਨਰ ਜਨਰਲ ਨੂੰ ਪਾਵਰਫੁਲ ਕਰਨਾ। ਫਿਰ ਆਪਾਂ ਨੇ ਉਹਦੇ ਪੁਆਇੰਟ ਰੀਡ ਕਰੇ। ਜਿਹੜਾ ਪਿਟਸ ਇੰਡੀਆ ਐਕਟ 1784 ਸੀ, ਇਹਦਾ ਮੇਨ ਆਪਣੇ ਕੋਲ ਕੀ ਸੀ, ਜਿਹੜੇ ਕਹਿੰਦੇ ਕਮਰਸ਼ੀਅਲ ਤੇ ਪੋਲੀਟੀਕਲ ਅਫੇਅਰਸ ਨੂੰ ਅਲੱਗ ਕੀਤਾ ਗਿਆ। ਕਮਰਸ਼ੀਅਲ ਵਾਸਤੇ ਕੋਰਟ ਆਫ ਡਾਇਰੈਕਟਰਸ ਆ, ਕੋਰਟ ਆਫ ਡਾਇਰੈਕਟਰਸ ਹੋ ਗਿਆ, ਤੇ ਪੋਲੀਟੀਕਲ ਉਹਦੇ ਵਾਸਤੇ ਬੋਰਡ ਆਫ ਕੰਟਰੋਲ ਹੋ ਗਿਆ। ਤਾਂ ਕਰਕੇ ਡਬਲ ਗਵਰਨਮੈਂਟ ਦਾ ਸਿਸਟਮ ਐਸਟੈਬਲਿਸ਼ ਹੋ ਗਿਆ। ਇਸ ਤੋਂ ਇਲਾਵਾ ਜਿਹੜੀਆਂ ਕੰਪਨੀ ਦੀਆਂ ਟੈਰੀਟਰੀ ਸੀ ਉਹਨਾਂ ਨੂੰ ਬ੍ਰਿਟਿਸ਼ ਪੋਜੈਸ਼ਨਸ ਦਾ ਨਾਮ ਦਿੱਤਾ ਗਿਆ। ਆਈ ਹੋਪ ਯਾਰ ਆਹ ਵਾਲੀਆਂ ਸਾਰੀਆਂ ਗੱਲਾਂ ਤੁਹਾਨੂੰ ਸਭ ਨੂੰ ਕਲੀਅਰ ਹੋਣਗੀਆਂ। ਅਗਰ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ, ਤੇ ਜੇ ਵੀਡੀਓ ਹੈਲਪਫੁਲ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ, ਤੇ ਅੱਗੇ ਦੀਆਂ ਅਪਡੇਟਸ ਲਈ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ। ਥੈਂਕ ਯੂ।